ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਆਸਾ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 354 ਦੇ ਉੱਪਰ ਸ਼ੁਭਾਇਮਾਨ ਹੈ। ਬੜਾ ਹੀ ਪਿਆਰਾ ਸ਼ਬਦ ਹੈ ਗੁਰਮੁਖ ਪਿਆਰਿਓ। ਜਿੱਥੇ ਤੁਸੀਂ ਸ਼ਰੀਰ ਕਰਕੇ ਬੜੀ ਇਕਾਗਰਤਾ ਦੇ ਨਾਲ ਬੈਠੇ ਹੋ, ਉੱਥੇ ਮਨ ਦੀ ਬਿਰਤੀ ਨੂੰ ਵੀ ਇਕਾਗਰ ਕਰਨ ਦਾ ਯਤਨ ਕਰਨਾ, ਕਿਉਂਕਿ ਬੜਾ ਪਿਆਰਾ ਸ਼ਬਦ ਹੈ। ਜੇਕਰ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਸਾਹਿਬ ਦੇ ਇਸ ਪਾਵਨ ਸ਼ਬਦ ਨੂੰ ਆਪਾਂ ਸਮਝ ਲਈਏ ਤੇ ਸਾਡੀ ਜ਼ਿੰਦਗੀ ਦੇ ਅੰਦਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਹੁਤ ਵੱਡਾ ਇੱਕ ਬਦਲਾਵ ਆ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਨ ਲੱਗੇ, ਕਹਿੰਦੇ ਕੀ ਵਿਸਰ ਹੈ। ਕੀ ਦਾ ਭਾਵ ਇੱਥੇ ਅਰਥ ਕੀਤੇ ਹਨ ਕਿਉਂ। ਵਿਸਰ ਹੈ ਦਾ ਭਾਵ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਾਨੂੰ ਕਿਉਂ ਵਿਸਾਰ ਦਿੰਦਾ ਹੈ, ਤੂੰ ਸਾਨੂੰ ਕਿਉਂ ਭੁਲਾ ਦਿੰਦਾ ਹੈ। ਦੇਖੋ ਗੁਰਮੁਖ ਪਿਆਰਿਓ, ਇੱਕ ਗੱਲ ਯਾਦ ਰੱਖਿਓ, ਧੀ ਪੁੱਤ ਮਾਂ ਬਾਪ ਤੋਂ ਜਿੰਨਾ ਮਰਜ਼ੀ ਬਾਗੀ ਹੋ ਜਾਏ, ਧੀ ਪੁੱਤ ਮਾਂ ਬਾਪ ਦੇ ਜਿੰਨਾ ਮਰਜ਼ੀ ਕਹਿਣੇ ਤੋਂ ਬਾਹਰ ਹੋ ਜਾਏ, ਪਰ ਮਾਂ ਬਾਪ ਹਮੇਸ਼ਾ ਹੀ ਉਹਦੇ ਵਾਪਸ ਪਰਤਣ ਦੀ ਉਡੀਕ ਆਸ ਰੱਖਦਾ ਹੈ। ਤੁਸੀਂ ਵੇਖੋ, ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਡਿੱਗੇ ਆ ਨਾ, ਬਹੁਤ ਵਾਰੀ ਉਹ ਆਪਣੀ ਮਾਂ ਨੂੰ ਆਪਣੇ ਬਾਪ ਨੂੰ ਬੁਰਾ ਭਲਾ ਵੀ ਬੋਲਦੇ ਆ, ਇੱਥੋਂ ਤੱਕ ਕੁੱਟਣ ਮਾਰਨ ਤੱਕ ਵੀ ਜਾਂਦੇ ਆ, ਖੂਨ ਤੱਕ ਜਾਂਦੇ ਆ। ਪਿਛਲੇ ਦਿਨੀ ਆਪਾਂ ਖਬਰ ਪੜ੍ਹ ਕੇ ਹਟੇ ਆ ਵੀ ਇੱਕ ਨੌਜਵਾਨ ਨੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਆਪਣੀ ਮਾਂ ਅਤੇ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ। ਥੋੜੇ ਦਿਨ ਪਹਿਲਾਂ ਆਪਾਂ ਪੜ੍ਹ ਕੇ ਹਟੇ। ਮਾਂ ਬਾਪ ਦੁਖੀ ਹੋਇਆ, ਆਪਣੇ ਬੱਚਿਆਂ ਨੂੰ ਬਹੁਤ ਵਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਛੱਡ ਆਉਂਦਾ, ਜਿਹਨੂੰ ਆਪਾਂ ਕਹਿ ਦਿੰਦੇ ਆ ਨਸ਼ਾ ਛਡਾਊ ਕੇਂਦਰ ਕਹਿ ਲਓ, ਸੈਂਟਰ ਕਹਿ ਲਓ, ਉੱਥੇ ਵੀ ਛੱਡ ਆਉਂਦਾ। ਇੰਨਾ ਕੁਝ ਕਰਨ ਦੇ ਬਾਵਜੂਦ, ਇੰਨਾ ਤਸ਼ੱਦਦ ਝੱਲਣ ਦੇ ਬਾਵਜੂਦ ਵੀ ਮਾਂ ਬਾਪ ਆਪਣੇ ਬੱਚੇ ਤੋਂ ਮੁੱਖ ਨਹੀਂ ਫੇਰਦੇ। ਉਹ ਫਿਰ ਵੀ ਇੱਕ ਆਸ ਲੈ ਕੇ ਜ਼ਿੰਦਗੀ ਜਿਉਂਦੇ ਨੇ। ਜਿਸ ਦਿਨ ਮਾਂ ਬਾਪ ਆਪਣੀ ਔਲਾਦ ਤੋਂ ਮੁੱਖ ਫੇਰ ਲੈਣ, ਉਸ ਦਿਨ ਉਸ ਬੱਚੇ ਦੀ ਜਿਹੜੀ ਜ਼ਿੰਦਗੀ ਸੰਵਾਰਨ ਦੇ ਲਈ ਦੁਨੀਆ ਦਾ ਕੋਈ ਵੀ ਮਨੁੱਖ ਆਪਣੇ ਅੰਦਰ ਭਾਵਨਾ ਨਹੀਂ ਰੱਖਦਾ। ਕਿਉਂਕਿ ਜਿਹੜੀ ਭਾਵਨਾ ਆਪਣੀ ਮਾਂ ਆਪਣੇ ਬਾਪ ਦੇ ਅੰਦਰ ਹੁੰਦੀ ਹੈ ਨਾ ਆਪਣੇ ਬੱਚਿਆਂ ਦੇ ਪ੍ਰਤੀ, ਉਹ ਕਿਸੇ ਚਾਚੇ ਤਾਏ ਰਿਸ਼ਤੇਦਾਰ ਹੋਰ ਕਿਸੇ ਦੇ ਵਿੱਚ ਵੀ ਉਦਾਂ ਦੀ ਭਾਵਨਾ ਨਹੀਂ ਹੁੰਦੀ। ਜੇ ਮਾਂ ਬਾਪ ਹੀ ਮੁੱਖ ਫੇਰ ਲਵੇ, ਦੁਖੀ ਹੋਇਆ ਮਾਂ ਬਾਪ ਸੋਚੇ ਵੀ ਹਰ ਰੋਜ਼ ਝੂਠ ਮਾਰਦਾ ਹੈ, ਸਵੇਰੇ ਉੱਠ ਕੇ ਕੁਝ ਹੋਰ ਕਹਿੰਦਾ ਹੈ, ਸ਼ਾਮ ਨੂੰ ਕੁਝ ਹੋਰ ਕਹਿੰਦਾ ਹੈ, ਅਖੀਰ ਇੱਕ ਦਿਨ ਅੱਕਿਆ ਹੋਇਆ ਮਾਂ ਬਾਪ ਪੁੱਤਰ ਨੂੰ ਬੇਦਖਲ ਕਰ ਦੇਵੇ, ਧੀ ਨੂੰ ਬੇਦਖਲ ਕਰ ਦੇਵੇ, ਉਸ ਤੋਂ ਬਾਅਦ ਉਸ ਬੱਚੇ ਦੀ ਬਚਣ ਦੀ ਕੋਈ ਵੀ ਆਸ ਨਹੀਂ ਰਹਿ ਜਾਂਦੀ। ਬਿਲਕੁਲ ਉਸ ਤਰੀਕੇ ਦੇ ਨਾਲ ਅੱਜ ਦੇ ਪਾਵਨ ਸ਼ਬਦ ਵਿੱਚ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਬੇਨਤੀ ਕਰਦੇ ਹੋਏ ਕਹਿ ਰਹੇ ਨੇ ਕਿ ਹੇ ਪਾਤਸ਼ਾਹ, ਤੂੰ ਸਾਨੂੰ ਜ਼ਿੰਦਗੀ ਦੇ ਵਿੱਚੋਂ ਕਦੇ ਵਿਸਾਰੀ ਨਾ, ਤੂੰ ਸਾਨੂੰ ਜ਼ਿੰਦਗੀ ਦੇ ਵਿੱਚੋਂ ਕਦੇ ਭੁਲਾਈ ਨਾ। ਅਸੀਂ ਅਨੇਕਾਂ ਵਾਰ ਤੇਰੇ ਸਿਧਾਂਤ ਤੋਂ ਥਿੜਕ ਜਾਂਦੇ ਹਾਂ, ਅਸੀਂ ਅਨੇਕਾਂ ਵਾਰ ਤੇਰੇ ਹੁਕਮ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ। ਪਾਤਸ਼ਾਹ, ਅਸੀਂ ਭੁੱਲ ਜਾਵਾਂਗੇ ਤੇ ਸਾਡੇ ਕੋਲੇ ਇੱਕ ਸੁਧਰਨ ਦੀ ਆਸ ਹੈਗੀ ਹੈ, ਇੱਕ ਵਾਪਸ ਆਉਣ ਦੀ ਆਸ ਹੈਗੀ ਹੈ, ਕਿਉਂਕਿ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ। ਆਪਣੇ ਦਰ ਤੇ ਆਇਆਂ ਨੂੰ ਗਲ ਲਾ ਲੈਣਾ। ਤੂੰ ਸਾਡੀ ਮਾਂ ਹੈ, ਤੂੰ ਸਾਡਾ ਬਾਪ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੂੰ ਸਾਡਾ ਮਾਂ ਬਾਪ ਹੈ। ਪਰ ਜੇ ਤੂੰ ਸਾਨੂੰ ਵਿਸਾਰ ਦਿੱਤਾ, ਤੂੰ ਆਪਣੀ ਮਿਹਰ ਦੀ ਨਜ਼ਰ ਸਾਡੇ ਤੋਂ ਪਾਸੇ ਕਰ ਲਈ, ਤੇ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਾਡੇ ਲਈ ਕੋਈ ਵੀ ਜਗ੍ਹਾ ਨਹੀਂ ਹੈ। ਇਸ ਕਰਕੇ हे ਪਾਤਸ਼ਾਹ,
किरपा करियो। कहन लगे की विसरै दुख बहुता लागै। हे पातशाह तू ना मैनू विसार, तू क्यों मैनू विसारदा है? बहुता दुख लागै जदों तू मैनू विसार दिना ना ते मेरी जिंदगी दे विच दुख ही दुख आ जांदे ने, मेरी जिंदगी विपता दे नाल भर जांदी है। ते अगे पातशाह कहन लगे दुख लागै तू विसर नहीं। जदों तू विसरदा है ते पातशाह जिंदगी विच दुख आउंदे ने। इस करके मेरी मिहनत है, जोदड़ी है, अरदास है कि तू कदे भी मैनू अपनी जिंदगी दे विचों भुलावी ना। मैं अनेकां गलतियां करांगा ते तू मैनू बख्श लवेंगा, ते जे बख्शण वालिया तू ही मेरे तो मुख फेर लिया, मैं किहदे कोले जाके अरदासां ते जोदड़ियां करांगा। अगे उदाहरणां दत्तियां बड़ियां प्यारियां गुरु नानक साहिब महाराज ने। कहंदे दुध बिन तेन पंख बिन पंखी, बड़ी प्यारी उदाहरण है, सारे कृपा करो। दुध बिन तेन पंख बिन पंखी, जल बिन उत भुज काम नहीं। क्या सुल्तान सलाम विहूणा, अंधी कोठी तेरा नाम नहीं। चार उदाहरण दित्तियां गुरु नानक साहिब महाराज ने। कहंदे दुध बिन धेन, जिवें दुध तो बिना गां किसे काम दी नहीं। दुध बिन धेन, पंख बिन पंखी, खंभां दे बिना पंछी किसे काम दा नहीं। आपां थोड़ा खोल के विचार करदे हां। गुरमुख प्यारो तवज्जो दे के बेनती नूं सुनियो। मान लो एक जिमींदार है, वो 60-70 हज़ार रुपया ला के गां खरीद के लेके आया। रात नूं वो गां चोरी हो जाती है। जदों सवेर वेले वो धार चोण वास्ते पहुंचदा ते वेखदा भी किले उत्ते गां नहीं है। मन बड़ा दुखी होया, वो भज्जिया भज्जिया गुरुद्वारा साहब आया, उन्हें अनाउंसमेंट कराई। फिर भी गां ना मिली। फिर वो थाने विच पहुंचदा भी रिपोर्ट दर्ज कराउंदा भी मेरी गां बड़ी कीमती है, वो गवाच गई है। वो पुलिस वाले कहन लगे भी जेड़े पैड़ नप्पण वाले कुत्ते हुंदे ने, खोजी कुत्ते हुंदे ने, उन्हां दी लोड़ पवेगी। वो कहंदा जे मेरा 8-10 हज़ार रुपया लग भी जाए ना तां भी मैनू कोई परवाह नहीं, पर मेरी गां दा मिलना बहुत जरूरी है। अच्छा, एक वो गां है जिन्हों लभण दे लई गुरमुख प्यारिओ किसान 8-10 हज़ार रुपया भी लाउण नूं तैयार है। वो भी गां ही है जिन्हों अपने हत्थीं आप रस्सा ला के अपने घरों बाहर कढ दिंदा है। दोनों गावां ने, एक नूं लभण दी खातर 8-10 हज़ार रुपया लाउण नूं तैयार बैठा है, ते एक नूं अपने हत्थीं रस्सा ला के घरों बाहर कढ रहा है। दोनों गावां। थोड़ा सुरत ते जोर पा के सोचो इहदा कारण की है कि एक दे विच दुध देण वाला गुण हैगा ते दूजी दे विच दुध देण वाला गुण नहीं है। जिहदे विच दुध देण दा गुण हैगा ओनू 10 हज़ार रुपया ला के भी लभण वास्ते तैयार बैठा है। जिहदे विच दुध देण दा गुण नहीं है ओहदा रस्सा अपने हत्थीं आप ला दिंदा है। हुण गुरु नानक साहिब ने यह उदाहरण गुरबाणी विच दर्ज कर दित्ती बंदे नूं समझाउण वास्ते कि बंदिया दुध बिन धेन, जिवें दुध तो बिना गां किसे काम दी नहीं, पंख बिन पंखी, खंभां तो बिना पंछी किसे काम दा नहीं। तुसीं वेखो जिस पंछी दे खंभ ठीक ठाक ने ना वो हवा दे विच किन्नियां उच्चियां उडारियां मारदा। तुसीं कदे सफर करदे होवो, गड्डी दे विच जांदे होवो ते तुहाडी गड्डी दे सामने कोई पंछी आ जाए ते ओहदे थोड़े बहुते फंग टुट जाण, खंभ टुट जाण ते ओ पंछी सड़क ते तड़फ तड़फ के अपने प्राण त्याग दिंदा। कारण की कि उस पंछी दी जिहड़ी ताकत सी, जिहड़े खंभ सी ओ टुट गए ते ओ खंभां तो बिना हुण किसी भी काम दा नहीं रह गया। दुध बिन धेन, पंख बिन पंखी, जल बिन पानी तो बिना, उत भुज जमीन
काम नहीं। कहते जेड़ी जमीन है गुरमुख प्यारो, तुसी करसान भरा बैठे हो, तुसी आप ध्यान मार के वेखियो, जिस जमीन नूं पानी दा कोई प्रबंध ना होवे, कोई उत्थे सूए कसी दा पानी ना हुंदा होवे, ओनू कोई खाल ना लगदा होवे, उत्थे कोई बोर दा मोटर दा प्रबंध ना होवे, ते बेशक वो जमीन दूजियां जमीनां दे नालों आपां नूं 10-20 हज़ार ठेके ते सस्ती मिलदी होवे, बंदा तां भी वो जमीन ठेके ते नहीं लैंदा। जां बै दी गल कर लो, कारण की कि तुसी जिन्ना मर्जी चंगा बीज पा लो, जिन्नी मर्जी रे स्प्रे चंगी कर दो, पर जे उस जमीन दे विच पानी दा प्रबंध नहीं आ ते ओ जमीन किसी भी काम दी नहीं आ। ते ओ जमीन नूं आपां की कहंदे आ, इह ते बंजर आ, ये बंजर जमीन हो जाती है। भाव पानी तो बिना जमीन किसी काम की नहीं। ते चौथी उदाहरण पातशाह ने दी, कहते क्या सुल्तान, सुल्तान का भाव हुंदा गुरमुखो राजा, कहते क्या सुल्तान सलाम विहूणा, सलाम हुंदी है सजदा, कहते वो राजा ही किहड़े काम दा, वो मुख मंत्री प्रधान मंत्री किहड़े काम दा जिन्हों ओदी प्रजा सलाम ना करे। भाव प्रजा भी उसे नूं सलाम करदी है जेड़ा राजा जेड़ा बादशाह प्रजा दे काम आउंदा है, उन्हां नूं सुख सहूलत दिंदा। हुण 4 उदाहरणां दित्तियां ना गुरमुख प्यारिओ, पानी बिना जमीन किसे काम दी नहीं, दुध बिना गां किसे काम दी नहीं, दुध बिन धेन, पंख बिन पंखी, खंभा बिना पंछी किसे काम दा नहीं, ते जिवें सलाम तो बिना राजा किसे काम दा नहीं। गुरु साहब कहंदे प्यारे, कहंदे उस अकाल पुरख परमात्मा दी बंदगी तो बिना, उस परमात्मा दे गुणा तो बिना तेरा आ शरीर भी किसे काम दा नहीं आ। जिवें गां, हुण जिवें आपां उदाहरण सांझी कीती है ना गुरमुख प्यारिओ, दुध देण वाली गां नूं किरसान 10,000 रुपया ला के भी लभ के लिआउंदा है, ते जेड़ी दुध नहीं दिंदी ओदा रस्सा अपने हत्थीं आप ला दिंदा है। इतिहास भी पढ़ के वेखियो, जेड़े गुरमुख प्यारे दे अंदर उस अकाल पुरख परमात्मा दी बंदगी है, जिस प्यारे दे अंदर उस अकाल पुरख परमात्मा दे गुण है, उन्हां दे घरे गुरु नानक साहब महाराज खुद चल के गए ने। गुरमुख प्यारिओ, जदों इतिहास दे पन्ने फरोलोगे ते भाई लालो दा नाम तुहाडे सामने आएगा। भाई लालो दे जीवन विच बड़े गुण ने, ते गुरु नानक साहब खुद चल के उन्हां दे घर विच गए, ते दूजे पासे अमीर घराणे दे विच जम्मिया मलक भागो, ओदे विच गुण कोई नहीं, ते ओ वार-वार मिन्नतां भी करी जांदा, गुरु तां भी उन्हां दे घर विच जाके राजी नहीं है। बिल्कुल उसे तरीके नाल आपां नूं इह गल समझनी पैणी आ। समझाया गुरु नानक साहब ने सानू ही है, कहंदे जेकर तेरी जिंदगी दे विच उस अकाल पुरख परमात्मा दे गुण हैगे आ, ते ओ अकाल पुरख वाहिगुरू परमात्मा खुद तेरे घर विच आके वासा करेगा। ते जे तेरे अंदर गुण नहीं है, जिन्ने मर्जी अडंबर रचदा रह प्यार वाले, गुरु दियां खुशियां दा तू कदे भी पात्र नहीं बन सकदा। ताई ते महाराज ने लिखिया सी ना, हर विसरत तेरे गुण गलिया, सारे कृपा करो, हर विसरत तेरे गुण गलिया। जदों तू उस अकाल पुरख वाहिगुरू परमात्मा नूं भुल्लेगा ना, ते जेड़े तेरे अंदर गुण पए ने ना प्यारे, वो गल जाणगे। एक बेनती होर करा, दुनिया दे हर एक मनुख दे अंदर वो गुण हैगे आ जेड़े गुणां दी गल गुरबाणी करदी है। हर एक मां भैण दे विच, हर एक वीर बजुर्ग बच्चे दे अंदर वो गुण हैगे आ, पर जे आपां उन्हां गुणां दी वरतों ना करिए ते वो गुण पए पए गल जांदे ने, सड़ जांदे ने। उदाहरण दे तौर ते मान लो तुसीं बाजार विचों सब्जी लैके आए हो, तुसीं बाजार विचों फल लैके आए हो, वो फल खाण दे योग आ, सब्जी भी वरतन दे योग हैगी आ। जदों तुसीं उन्हां फलां नूं सब्जी नूं 2 दिन 4 दिन फ्रिज दे विच रखदे हो, जदों तुसीं 5-7 दिन उस सब्जी दी उन्हां फलां दी वरतों नहीं करोगे ना, ते 5-7 दिनां दे बाद वो फल ते सब्जी वरतन योग नहीं रह जाते। कारण की कि जेड़े गुण जेड़े तत्त उन्हां दे विच मौजूद सी
ਉਹ ਤੱਤ ਗਲ ਗਏ। ਹੁਣ ਇਹਦਾ ਮਤਲਬ ਤੱਤ ਮੌਜੂਦ ਤੇ ਸੀ, ਪਰ ਵਰਤੋਂ ਨਾ ਕਰਨ ਕਰਕੇ ਉਹ ਤੱਤ ਗਲ ਗਏ ਆ, ਕਿਸੇ ਕੰਮ ਨਹੀਂ ਆਏ। ਗੁਣ ਬੰਦਿਆ ਤੇਰੇ ਵਿੱਚ ਵੀ ਹੈਗਾ, ਦਇਆ ਦਾ ਗੁਣ ਵੀ ਤੇਰੇ ਅੰਦਰ ਹੈਗਾ। ਜਤ, ਸਤ, ਤਪ, ਇਹ ਸਾਰੇ ਗੁਣ ਤੇਰੇ ਅੰਦਰ ਮੌਜੂਦ ਨੇ। ਪਰ ਦੁਖਾਂਤ ਇਹ ਹੈ, ਗੁਰੂ ਤੋਂ ਮਤ ਲੈ ਕੇ ਕਦੇ ਉਹਨਾਂ ਗੁਣਾਂ ਦੀ ਤੂੰ ਵਰਤੋਂ ਕਰਨ ਦਾ ਯਤਨ ਨਹੀਂ ਕੀਤਾ, ਤੇ ਉਹ ਗੁਣ ਦਿਨੋਂ ਦਿਨ ਸਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਹੁੰਦੇ ਗਏ। ਉਦਾਹਰਨ ਦੇ ਤੌਰ ਤੇ ਬੇਨਤੀ ਸੁਣਿਓ, ਜਿਹੜਾ ਮਨੁੱਖ ਜਿਸ ਵੀ ਪ੍ਰਾਣੀ ਦੇ ਅੰਦਰ ਦਇਆ ਵਾਲਾ ਗੁਣ ਨਹੀਂ ਹੈ ਨਾ, ਜਿਹਦੇ ਅੰਦਰ ਦਇਆ ਨਹੀਂ, ਕਿਸੇ ਨਗਰ ਨਿਵਾਸੀ ਦੇ ਦੁੱਖ ਨੂੰ ਵੇਖ ਕੇ, ਕਿਸੇ ਰਿਸ਼ਤੇਦਾਰ ਨੂੰ ਕਿਸੇ ਰਿਸ਼ਤੇਦਾਰ ਦੇ ਦੁੱਖ ਨੂੰ ਵੇਖ ਕੇ ਆਪਣਾ ਦੁੱਖ ਚੇਤੇ ਨਹੀਂ ਆਇਆ, ਆਪਾਂ ਕਹਿੰਦੇ ਵੀ ਫਲਾਨਾ ਬੰਦਾ ਬੜਾ ਨਿਰਦਈ ਆ। ਯਾਦ ਰੱਖਿਓ ਗੁਰਮੁਖ ਪਿਆਰਿਓ, ਉਹ ਕੇਵਲ ਸਮਾਜ ਲਈ ਨਹੀਂ ਹੁੰਦਾ, ਉਹ ਅਖੀਰ ਇੱਕ ਦਿਨ ਆਪਣੇ ਆਪ ਲਈ ਵੀ ਇੰਨਾ ਖੁਦਗਰਜ਼ ਬਣ ਜਾਂਦਾ ਹੈ। ਉਹਦੇ ਪਰਿਵਾਰ ਦੇ ਮੈਂਬਰ ਬਹੁਤ ਵਾਰ ਦਵਾਈ ਪੱਖੋਂ ਦੁਖੀ ਹੋ ਜਾਂਦੇ ਆ, ਉਹ ਇੰਨਾ ਪੈਸੇ ਦਾ ਪੁੱਤ ਬਣ ਜਾਂਦਾ ਕਿ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਇਲਾਜ ਵੀ ਨਹੀਂ ਕਰਾਉਂਦਾ। ਗੁਣ ਗਲ ਗਿਆ ਨਾ ਦਇਆ ਵਾਲਾ। ਜੇ ਸਮਾਜ ਪ੍ਰਤੀ ਦਇਆ ਰੱਖੀ ਹੁੰਦੀ, ਅੱਜ ਆਪਣੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਵੀ ਦਇਆ ਆ ਜਾਂਦੀ। ਗੁਰਮੁਖ ਪਿਆਰਿਓ, ਅੱਜ ਨਸ਼ੇੜੀਆਂ ਦੀ ਗੱਲ ਕਰ ਲਓ, ਹੁਣ ਇਹਨਾਂ ਦੇ ਅੰਦਰੋਂ ਦਇਆ ਵਾਲਾ ਗੁਣ ਖਤਮ ਹੋ ਜਾਂਦਾ। ਪਹਿਲਾਂ ਬਾਹਰੋਂ ਲੁੱਟਾਂ ਕਰਦੇ ਆ, ਪਹਿਲਾਂ ਲੋਕਾਂ ਤੋਂ ਪੈਸੇ ਮੰਗਦੇ ਆ, ਵਾਪਸ ਨਹੀਂ ਕਰਨੇ, ਹੌਲੀ ਹੌਲੀ ਵਾਧੇ ਖੂਨ ਤੱਕ ਆ ਜਾਂਦੇ ਆ, ਚੋਰੀ ਕਰਨ ਤੱਕ ਆ ਜਾਂਦੇ ਆ। ਉਹ ਨਿਰਦਈ ਪੁਣੇ ਵਾਲਾ ਔਗਣ ਇੰਨੇ ਵੱਡੇ ਪੱਧਰ ਤੇ ਵੱਧ ਜਾਂਦਾ ਕਿ ਅਖੀਰ ਜਿਸ ਮਾਂ ਨੇ 9 ਮਹੀਨੇ ਪੇਟ 'ਚ ਰੱਖ ਕੇ ਪਾਲਿਆ ਹੁੰਦਾ, ਉਹਨੂੰ ਮਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਨਿਰਦਈ ਪੁਣਾ ਹੀ ਆ ਗਿਆ ਨਾ। ਗੁਣ ਅੰਦਰੋਂ ਦਇਆ ਵਾਲਾ ਗੁਣ ਖਤਮ ਹੁੰਦਾ ਇੰਨੇ ਵੱਡੇ ਪੱਧਰ ਤੇ ਗੁਣ ਖਤਮ ਹੋ ਗਿਆ, ਤੇ ਔਗਣ ਆ ਗਿਆ। ਜਿਹੜੀ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖ ਕੇ ਪਾਲਿਆ, ਉਹਦਾ ਵੀ ਕਤਲ ਕਰ ਦਿੱਤਾ। ਆਪਾਂ ਥੋੜੇ ਦਿਨ ਪਹਿਲਾਂ ਪੜ੍ਹ ਕੇ ਹਟੇ ਆ। ਇੱਕ ਮਾਂ ਦੀ ਕੁੱਖ ਚੋਂ ਜੰਮਣ ਵਾਲੇ 2 ਸਕੇ ਭਰਾ ਆਪਣੇ ਦੂਜੇ ਸਕੇ ਭਰਾ ਦਾ ਕਤਲ ਕਰ ਦਿੱਤਾ, ਮਾਂ ਦੇ ਟੋਟੇ ਕਰਕੇ ਸੁੱਟ ਦਿੱਤੀ। ਕਾਰਨ ਇਹ ਹੈ ਕਿ ਜਿਵੇਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੁਲਾ ਕੇ ਜ਼ਿੰਦਗੀ ਜਿਉਵਾਂਗੇ ਨਾ ਪਿਆਰ ਵਾਲਿਓ, ਤੇ ਗੁਰੂ ਸਾਹਿਬ ਨੇ ਤੇ ਆਪਣੀ ਬਾਣੀ ਵਿੱਚ ਅੱਜ ਦੇ ਸ਼ਬਦ ਵਿੱਚ ਇਹ ਗੱਲ ਲਿਖ ਦਿੱਤੀ, ਕਹਿੰਦੇ ਦੁੱਖ लागै ਤੂੰ ਵਿਸਰ ਨਾਹੀਂ। ਇੱਕ ਵਾਰੀ ਸਾਰੀ ਸੰਗਤ ਨਾਲ ਮਿਲ ਕੇ ਪੜਿਓ, ਦੁੱਖ लागै ਤੂੰ ਵਿਸਰ ਨਾਹੀਂ, ਦੁੱਖ लागै ਤੂੰ ਵਿਸਰ ਨਾਹੀਂ, ਦੁੱਖ लागै ਤੂੰ। ਪਾਤਸ਼ਾਹ ਤੂੰ ਨਾ ਮੈਨੂੰ ਕਦੇ ਵਿਸਾਰੀ, ਜਦੋਂ ਤੂੰ ਮੈਨੂੰ ਵਿਸਾਰ ਦਿੰਦਾ ਤੇ ਮੇਰੀ ਜ਼ਿੰਦਗੀ ਦੁੱਖਾਂ ਦੇ ਨਾਲ ਭਰ ਜਾਂਦੀ ਹੈ। ਅੱਗੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਅੱਖੀਂ ਅੰਧ ਜੀਵ ਰਸ ਨਾਹੀਂ, ਕੰਨੀ ਪਵਨ ਨਵਾਜੈ। ਕਹਿੰਦੇ ਜਦੋਂ ਤੇਰੀ ਯਾਦ ਨਾਲੋਂ ਟੁੱਟ ਜਾਂਦਾ ਨਾ, ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਆ ਪਿਆਰਿਓ, ਕਹਿੰਦੇ ਪਾਤਸ਼ਾਹ ਜਦੋਂ ਮੈਂ ਤੇਰੇ ਨਾਲੋਂ ਟੁੱਟ ਕੇ ਜ਼ਿੰਦਗੀ ਜਿਉਣਾ ਹੈ ਨਾ, ਅੱਖੀਂ ਅੰਧ, ਅੱਖਾਂ ਦੇ ਵਿੱਚ ਨਾ ਹਨੇਰਾ ਆ ਜਾਂਦਾ ਹੈ, ਮੈਨੂੰ ਦਿਸਦਾ ਹੀ ਕੁਝ ਨਹੀਂ ਜੱਗ ਦੇ ਵਿੱਚ। ਭਾਵ ਆਪਾਂ ਸ਼ਬਦ ਵੀ ਪੜ੍ਹਦੇ ਆ ਗੁਰਮੁਖ ਪਿਆਰਿਓ, ਅੰਧੇ ਦੀ ਗੱਲ ਕੇਵਲ ਇਹਨਾਂ ਅੱਖਾਂ ਕਰਕੇ ਨਹੀਂ ਹੈ। ਅੰਧੇ ਇਹ ਨਾ ਆਖੀਆਂ, ਅੰਧੇ ਇਹ ਨਹੀਂ ਹੋ ਸਕਦੇ ਜਿਨ ਮੁਖ ਲੋਇਨ ਨਾਹੇ, ਜਿਨ੍ਹਾਂ ਦੇ ਚਿਹਰੇ ਤੇ ਅੱਖਾਂ ਨਹੀਂ। ਪਾਤਸ਼ਾਹ ਕਹਿਣ ਲੱਗੇ ਅੰਧੇ ਸਈ ਨਾਨਕਾ ਜੇ ਖਸਮੋ ਕੁੱਥੇ ਜਾਹੇ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਰੂ ਦਾ ਗਿਆਨ ਨਹੀਂ ਹੈ, ਅਸਲੀ ਅੰਨੇ ਉਹ ਨੇ। ਤਾਂ ਹੀ ਪਾਤਸ਼ਾਹ ਨੇ ਕਿਹਾ ਸੀ ਅੰਧੀ ਰਹੀਅਤ, ਗਿਆਨ ਵੀ ਹੋਣੀ, ਗਿਆਨ ਤੋਂ ਬਿਨਾ ਇਹ ਦੁਨੀਆ ਅੰਨੀ ਹੋਈ ਫਿਰਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਪੁੱਤ ਗੁਰਬਾਣੀ ਇਸ ਜਗ ਮਹਿ ਚਾਨਣ। ਇਸ ਅਗਿਆਨਤਾ ਦੇ ਹਨੇਰੇ ਵਿੱਚ ਗੁਰੂ ਸਾਹਿਬ ਦੀ ਪਾਵਨ ਬਾਣੀ ਹੈ, ਉਹ ਚਾਨਣ ਬਣ ਕੇ ਤੈਨੂੰ ਰਸਤਾ ਦਿਖਾ ਰਹੀ ਹੈ ਕਿ ਪੁੱਤ ਇਸ ਰਸਤੇ ਤੇ ਚੱਲਣਾ, ਇਹਦੇ ਤੇ ਨਹੀਂ ਚੱਲਣਾ। ਆਹ ਕੰਮ ਤੂੰ ਕਰਨਾ, ਇਹ ਨਹੀਂ ਕਰਨਾ। ਏਦਾਂ ਦੇ ਬੰਦਿਆਂ ਦੀ ਸੰਗਤ ਤੂੰ ਕਰਨੀ ਹੈ, ਏਦਾਂ ਦੀ ਨਹੀਂ ਕਰਨੀ। ਗੁਰੂ ਸਾਹਿਬ ਇੱਕ ਇੱਕ ਗੱਲ ਗੁਰਮੁਖ ਪਿਆਰਿਓ ਸਾਨੂੰ ਗੁਰਬਾਣੀ ਵਿੱਚ ਸਮਝਾ ਰਹੇ ਨੇ, ਪਰ ਪਤਾ ਨਹੀਂ ਬੰਦੇ ਦੀ ਮੱਤ ਤੇ ਕੀ ਪਰਦਾ ਪਿਆ ਕਿ ਜਿਹੜਾ ਸਾਨੂੰ ਸੱਚਾ ਰਾਹ ਦਿਖਾ ਰਿਹਾ ਹੈ, ਉਹਦੇ ਵੱਲ ਸਾਡਾ ਮੂੰਹ ਹੀ ਨਹੀਂ ਹੋ ਰਿਹਾ, ਉਹਦੇ ਕੋਲੇ ਅਸੀਂ ਆਉਣ ਨੂੰ ਹੀ ਤਿਆਰ ਨਹੀਂ ਆ। ਸਾਡਾ ਉਸ ਗੁਰੂ ਬਨੇ ਧਿਆਨ ਹੀ ਨਹੀਂ ਜਾਂਦਾ ਪਿਆ, ਜਿਹੜਾ ਗੁਰੂ ਗੁਰਮੁਖ ਪਿਆਰਿਓ ਜਿਹਦੇ ਬਾਰੇ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ
तारे दुनिया के लोगों ने इस गुरु बारे ये गल कही, सारे कृपा करके एक बारी पढ़ियो। भूले मार्ग जिन्हें बताया, भूले मार्ग जिन्हें बताया, भूले ऐसा गुर वड भागी पाया, ऐसा गुर वड भागी पाया, ऐसा। वाह वाह, ਵੱਡੇ ਭਾਗਾਂ ਦੇ ਨਾਲ ਅਜਿਹੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਗੁਰੂ ਭੁੱਲਿਆਂ ਹੋਇਆਂ ਨੂੰ ਬਾਹ ਤੋਂ ਫੜ ਕੇ ਸਿੱਧੇ ਰਸਤੇ ਤੇ ਲੈ ਆਵੇ। ਭਾਗਾਂ ਵਾਲਿਓ, ਜਿਹੜਾ ਮਾੜੇ ਰਸਤੇ ਤੋਂ ਬਾਹ ਫੜ ਕੇ ਚੰਗੇ ਰਸਤੇ ਤੇ ਲੈ ਕੇ ਆਵੇ ਨਾ, ਉਹਨੂੰ ਸਜਦਾ ਕਰੀਦਾ, ਉਹਦਾ ਧੰਨਵਾਦ ਕਰੀਦਾ, ਉਹਦੇ ਚਰਨਾਂ ਤੋਂ ਕਦੇ ਪਾਸੇ ਨਹੀਂ ਹਟੀਦਾ। ਪਿੰਡ ਦੇ ਵਿੱਚ ਵੇਖੋ, ਜੇ ਕੋਈ ਪਿੰਡ ਦਾ ਬਜ਼ੁਰਗ, ਪਿੰਡ ਦੀ ਕੋਈ ਮਾਂ, ਧੀ, ਭੈਣ अपने पुत, जे मान लो अपनी धी पुत किसी गलत रास्ते ते चलदा है ना, ते कोई बजुर्ग उहनूं टोक देवे, पुत इस रास्ते ते नहीं चलीदा, जां किसी माड़े रास्ते ते जा रहा होवे ते ਉਹਨੂੰ ਝਿੜਕ ਕੇ, ਉਹਨੂੰ ਪਿਆਰ ਨਾਲ ਸਮਝਾ ਕੇ ਬੰਦਾ ਘਰੇ ਵਾਪਸ ਲੈ ਆਵੇ ਨਾ, ਉਹਦਾ ਮਾਂ-ਬਾਪ ਉਹਦਾ ਧੰਨਵਾਦ ਕਰਦਾ ਹੈ। ਜੇ ਅੱਜ ਤੂੰ ਮੇਰੇ ਪੁੱਤ ਨੂੰ, ਮੇਰੀ ਧੀ ਨੂੰ ਝਿੜਕ ਕੇ ਇਸ ਰਾਸਤੇ ਤੋਂ ਨਾ ਮੋੜਦਾ, ਪਤਾ ਨਹੀਂ ਇਹਨੇ ਕਿਹੜੀ ਦਲਦਲ ਦੇ ਵਿੱਚ ਡਿੱਗ ਪੈਣਾ ਸੀ, ਸਾਰੀ ਜ਼ਿੰਦਗੀ ਖੁਆਰ ਹੁੰਦਾ ਜਾਂਦਾ। ਆਪਾਂ ਉਹਦਾ ਧੰਨਵਾਦ ਕਰਦੇ ਹਾਂ ਨਾ ਪਿਆਰਿਓ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ सानू वकारां दे टोयां विच डिग्गण तो बाह फड़ फड़ के बचा रही है, पर वो वखरी गल है कि अज्ञानता दा हनेरा होण करके असीं धक्के नाल गुरु तो बाह छड़ा छड़ा के उन्हां टोयां दे विच डिग्गण दा यतन करदे पए आ, फिर उन्हां टोयां दे विच डिगदे पए आ। गुरु किरपा करे। महाराज कहण लगे, कहंदे अखी अंध जीव रस नाही, तेरी याद तो बिना ਅੱਖਾਂ ਦੇ ਵਿੱਚ ਧੁੰਦਲਾਪਣ ਆ ਗਿਆ, ਹਨੇਰਾ ਆ ਗਿਆ, ਦੁਨੀਆ ਦੇ ਵਿੱਚ ਮੈਨੂੰ ਦਿਸਦਾ ਕੁਝ ਨਹੀਂ ਹੈ। ਪਾਤਸ਼ਾਹ ਕਹਿੰਦੇ ਜੀਵ ਰਸ ਨਹੀਂ, ਦੁਨੀਆ ਦੇ ਅਨੇਕਾਂ ਸਵਾਦਲੇ ਪਦਾਰਥ ਨੇ, ਪਰ ਮੇਰੀ ਜੀਵ ਨੂੰ ਕਿਸੇ ਦਾ ਵੀ ਰਸ ਨਹੀਂ ਆਉਂਦਾ। ਗੁਰਮੁਖ ਪਿਆਰਿਓ, ਘਰ ਵਿੱਚ ਪਕਵਾਨ ਬਹੁਤ ਸੋਹਣਾ ਤਿਆਰ ਹੋਇਆ ਵਾ ਹੋਵੇ, प्रशादा बड़ा, सब्जी बड़ी स्वाद होवे, तैयार हुई होवे, प्रशादा बड़ा रीझ नाल तैयार कीता होया वा होवे, पर जे बंदे दे अंदर किसे गल नूं चिंता होवे, बंदे कोले किसे ना किसे गल दी, ईमानदारी नाल सोच के वेखियो, जे किसे प्राणी कोले कोई चिंता होवे, टेंशन होवे, घबराहट होवे किसे गल नूं लै के, ओनू अपनी थाली दे विच पिया होया स्वादिष्ट भोजन भी चंगा की कहंदा भला भी अज मेरा खाण दा मन नहीं है, मेरा जी नहीं करता, मैनू चंगा नहीं लगता। हुण गुरु नानक साहब महाराज बाणी विच भी इदां ही दर्ज कर रहे आ, कहंदे अखी अंध, तेरी याद तो बिना अखां दे विच हनेरा, जीव रस नहीं, मेरी जीव दे विच कोई टेस्ट नहीं है, स्वाद नहीं है, भाव तेरे नालों टुट के दुनिया दे स्वादिष्ट भोजन भी मैनू बिल्कुल चंगे नहीं लगते, फिक्के लगते पे ने, मैनू उहदे विचों कोई स्वाद या टेस्ट नहीं आ रहा। अगे महाराज कहन लगे, कन्नी पवन ना वाजै, कन्ना दे विच मैनू इंज लगदा कोई आवाज नहीं आ रही, भाव जग सुनना सुनना लगन लग पिया। जिवें किस आपां कहने आ ना, तुसी किसी अजिहे इलाके विच चले जाओ, आपां कहने किन्नी इत्थे चुप वरत गई, शनाटा छा गया, किसे पासों आवाज नहीं आ रही। पातशाह तेरे नालों टुट के जिंदगी दे विच अजिहा शनाटा छा जांदा है कि अपने परिवार दे दुख सुख भी मैनू सुनने बंद हो जाते हैं। गल मुकाओ, गुरु ज्ञान नालों टुट के, उस अकाल पुरख परमात्मा नालों टुट के बंदे दी जिंदगी एकदम फिक्की हो जाती है। गुरमुख प्यार वालों, ये बोल किहदे ने? जगत गुरु धन श्री गुरु नानक साहब महाराज दे ने प्यारिओ। हुण जे गुरु नानक साहब दे बचनां ते भी सानू भरोसा नहीं आया ते फिर कबीर साहब दे बचन ओ चेते करियो। कबीर साचा सतगुर क्या करै, ज्यों सिखा मह चूक, अंधे एक न लागई, ज्यों बांस बजाईए फूक। हुण गुरु की करे, गुरु ते भागां वालिओ समझा ही सकदा वा, अगे मनना जां ना मनना ये ते संगत दी मर्जी है ना। गुरु ते दस ही सकदा। गुरमुख प्यार वालिओ, हुण दरबार साहब दे विच हनेरा होवे चारे पासे, उदों तां बंदा दरवाजा भुल के किसी कंध पिलर दे विच वज जाए वखरी गल है। जदों हनेरा होवे ना,
ਉਦੋਂ ਤੇ ਬੰਦਾ ਬਾਹਰ ਨਿਕਲਣ ਲੱਗਿਆ ਕਿਸੇ ਕੌਲੇ ਵਿੱਚ ਕਿਸੇ ਪਿੱਲਰ ਵਿੱਚ ਵੱਜ ਜਾਏ ਵੱਖਰੀ ਗੱਲ ਹੈ, ਪਰ ਜੇ ਲਾਈਟ ਚਲਾਉਣ ਤੋਂ ਬਾਅਦ ਵੀ ਕੰਧਾਂ 'ਚ ਵੱਜਦਾ ਫਿਰਦਾ ਉਸ ਬੰਦੇ ਦਾ ਕੋਈ ਵੀ ਹੱਲ ਨਹੀਂ ਹੈ। ਜਿੰਨਾ ਸਮਾਂ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਆਇਆ, ਗੁਰੂ ਦਾ ਗਿਆਨ ਜ਼ਿੰਦਗੀ 'ਚ ਨਹੀਂ ਆਇਆ, ਉਹ ਵੱਖਰੀ ਗੱਲ ਸੀ, ਤੂੰ ਜੋ ਮਰਜ਼ੀ ਕਰਦਾ ਰਿਹਾ। ਪਰ ਗੁਰਬਾਣੀ ਦਾ ਗਿਆਨ ਆ ਜਾਣ ਦੇ ਬਾਵਜੂਦ ਵੀ, ਤੈਨੂੰ ਸਮਝ ਪੈ ਜਾਣ ਦੇ ਬਾਵਜੂਦ ਵੀ ਅਜੇ ਵੀ ਤੂੰ ਅਗਿਆਨਤਾ ਦੇ ਹਨੇਰੇ ਵਿੱਚ ਡਿੱਕ ਡੋਲੇ ਖਾਂਦਾ ਫਿਰਦਾ ਹੈ। ਗੁਰੂ ਸਾਹਿਬ ਕਹਿੰਦੇ ਅਜਿਹੇ ਬੰਦੇ ਦਾ ਗੁਰੂ ਕੋਲੇ ਵੀ ਕੋਈ ਹੱਲ ਨਹੀਂ ਹੈ। ਤੇ ਅਖੀਰ ਤੇ ਜਾ ਕੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਅੱਖੀਂ ਅੰਧ ਜੀਭ ਰਸ ਨਾਹੀ, ਕੰਨੀ ਪਵਨ ਨਾ ਵਾਜੈ, ਚਰਨੀ ਚੱਲੈ ਪਜੂਤਾ ਆਗੈ, ਬਿਨ ਸੇਵਾ ਫਲ ਲਾਗੇ। ਜਿਵੇਂ ਬੰਦਾ ਬਜ਼ੁਰਗ ਅਵਸਥਾ ਵਿੱਚ ਚਲਿਆ ਜਾਂਦਾ ਹੈ ਨਾ, ਜਦੋਂ ਬੁਢੇਪੇ 'ਚ ਚਲਿਆ ਜਾਂਦਾ ਹੈ ਤੇ ਉਹਨੂੰ ਜਦੋਂ ਤੋਰਨਾ ਪੈਂਦਾ ਨਾ ਤੇ ਆਪਾਂ ਨੂੰ ਕਈ ਵਾਰ ਮੂਹਰੇ ਲੱਗਣਾ ਪੈਂਦਾ, ਇਦਾਂ ਅੱਗੇ ਹੋ ਕੇ ਆਪਾਂ ਨੂੰ ਉਹਦੀਆਂ ਬਾਹਾਂ ਫੜਨੀਆਂ ਪੈਂਦੀਆਂ ਨੇ, ਜਾਂ ਉਹਦਾ ਜਿਹੜੇ ਵਾਕਰ ਨੂੰ ਲੈ ਕੇ ਤੁਰਦਾ ਉਹ ਵਾਕਰ ਅੱਗੇ ਹੋ ਕੇ ਫੜਨਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਬਜ਼ੁਰਗ ਅਵਸਥਾ ਵਿੱਚ ਗਏ ਹੋਏ ਬੰਦੇ ਦੇ ਅੱਗੇ ਉਹਦੀਆਂ ਬਾਹਾਂ ਫੜ ਕੇ, ਉਹਦਾ ਵਾਕਰ ਫੜ ਕੇ ਜਾਂ ਉਹਦੀ ਖੁੰਡੀ ਫੜ ਕੇ ਅੱਗੇ ਅੱਗੇ ਤੁਰਨਾ ਪੈਂਦਾ ਹੈ, ਫਿਰ ਉਹ ਬਜ਼ੁਰਗ ਹੱਥ ਪਾ ਕੇ ਤੁਰਦਾ ਹੈ। ਪਾਤਸ਼ਾਹ ਸੱਚ ਜਾਣੀ, ਮੇਰੀ ਜ਼ਿੰਦਗੀ ਵਿੱਚ ਵੀ ਮੇਰਾ ਆਸਰਾ ਇਉਂ ਹੀ ਹੈ, ਜੇ ਤੂੰ ਮੇਰੀ ਬਾਹ ਫੜੇ ਜ਼ਿੰਦਗੀ ਤਾਂ ਮੈਂ ਅੱਗੇ ਵੱਧ ਸਕਦਾ, ਤੇਰੇ ਬਿਨਾ ਤਾਂ ਮੈਂ ਇੱਕ ਕਦਮ ਵੀ ਪੱਟ ਨਹੀਂ ਸਕਦਾ। ਆਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਅੱਗੇ ਬੇਨਤੀ ਕਰਦਿਆਂ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਦੁਨੀਆ ਦੇ ਲੋਕੋ, ਆਪਾਂ ਗੁਰੂ ਨੂੰ ਭੁੱਲ ਜਾਈਏ ਤਾਂ ਕਿਤੇ ਨਾ ਕਿਤੇ ਚਾਂਸ ਹੈ ਵੀ ਦੁਬਾਰੇ ਪਰਤ ਕੇ ਆ ਸਕਦੇ ਆ, ਪਰ ਜੇ ਵਾਰ-ਵਾਰ ਜ਼ਿੰਦਗੀ 'ਚ ਇਦਾਂ ਦੇ ਕਰਮ ਕਰਦੇ ਰਹੇ, ਜੇ ਗੁਰੂ ਨੇ ਸਾਨੂੰ ਭੁਲਾ ਦਿੱਤਾ, ਫਿਰ ਸਾਡੇ ਬਚਣ ਦਾ ਕੋਈ ਵੀ ਗੁਰਮੁਖ ਪਿਆਰਿਓ ਮੌਕਾ ਨਹੀਂ ਹੈ। ਇਸ ਕਰਕੇ ਗੁਰੂ ਕੋਲੇ ਹਮੇਸ਼ਾ ਹੀ ਅਰਦਾਸ ਕਰਦੇ ਰਹੀਏ, ਬੇਨਤੀ ਕਰਦੇ ਰਹੀਏ, ਜਦੋਂ ਹੀ ਸਮਝ ਆਵੇ ਉਦੋਂ ਹੀ ਗੁਰੂ ਦੇ ਦਿੱਤੇ ਹੋਏ ਰਸਤੇ ਮੁਤਾਬਕ ਚੱਲਣ ਦਾ ਯਤਨ ਕਰੀਏ। ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ